अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾਓ, ਅੱਜ ਆਪਾਂ ਮੌਜੂਦ ਹਾਂ ਜਨਾਬ ਦੀਪਾਲਪੁਰ ਮਲਟੀ ਲੇਜ਼ਰ ਸੋਲੂਸ਼ਨ ਵਾਲੇ ਦੋਸਤਾਂ ਕੋਲ ਤੇ ਸਾਡੇ ਨਾਲ ਮੌਜੂਦ ਨੇ ਜਨਾਬ ਚੌਧਰੀ ਸਾਜਿਦ ਹੁਸੈਨ ਸਾਹਿਬ, ਮਾਲਕ ਹੈਗੇ ਨੇ ਜਨਾਬ ਜ਼ਰੀ ਇੰਡਸਟਰੀ ਦੇ ਤੇ ਉਹਨਾਂ ਇੱਕ ਨਵਾਂ ਮਾਡਲ ਤਿਆਰ ਕੀਤਾ ਕਿਸਾਨ ਭਾਈਆਂ ਵਾਸਤੇ। ਉਹਦੇ ਬਾਰੇ ਮਾਲੂਮਾਤ ਲੈਣੇ ਹੈ ਤੇ ਪੁੱਛਣੇ ਜਨਾਬ ਕਿਹੜੀ ਜ਼ਰੂਰਤ आई भी तुसां नवा मॉडल एक तैयार कर दिता। हालांकि पहले तुहाडे कई नवे मॉडल है ने जिहड़े मार्केट चलते पे ने किसान वीर भरा उन्होंने तो फायदा उठाते पे ने। आओ चलिए जी गल करिए तो मालूमात लईए। अस्सलाम वालेकुम जी। सर की हाल है? तबीयत ठीक है? तो मेरे वालों जी नवे मॉडल की मुबारक होवे, मुबारक कबूल करो ते साडे दोस्तां नूं जनाब इहदे बारे दसो। ਇਹ ਮੀਆਂ ਜੀ ਸਭ ਤੋਂ ਪਹਿਲੇ ਤੇ ਆਪਾਂ ਅਗਰ ਗੱਲ ਕਰੀਏ ਤੇ ਤੁਹਾਨੂੰ ਫਰੰਟ ਦੇ ਉੱਤੋਂ ਕੋਈ ਵੀ ਤਬਦੀਲੀ ਨਜ਼ਰ ਨਹੀਂ ਆ ਰਹੀ। ਹਰ ਚੀਜ਼ ਸੇਮ ਟੂ ਸੇਮ ਹੈ ਜਿਸ ਤਰ੍ਹਾਂ ਪਹਿਲਾ ਲੇਜ਼ਰ ਹੁੰਦਾ ਸੀ। ਇਹਦੇ ਵਿੱਚ ਤਬਦੀਲੀ ਕੀਤੀ ਗਈ ਸਿਰਫ ਬੈਕ ਤੇ ਕੀਤੀ ਗਈ ਹੈ। ਅੱਛਾ, ਮਤਲਬ ਇਹ ਜਿਹੜਾ ਪੁਰਾਣਾ ਮਾਡਲ ਆਇਆ ਸਨ ਜਦੋਂ ਸ਼ੁਰੂ ਵਿੱਚ ਡਬਲ ਦੋ ਟਾਇਰ ਨਾਲੋਂ ਨਾਲ ਹੁੰਦੇ ਸਨ ਤੇ ਇਸ ਤਰੀਕੇ ਮਤਲਬ ਡੰਡਾ ਜਿਹਾ ਲੱਗ ਗਿਆ ਇੱਕ ਪਰਲੇ ਪਾਸੇ ਕੁਰਲੇ ਪਾਸੇ। ਬਿਲਕੁਲ ਇਹ ਉਹੀ ਹੈ। ਅੱਛਾ, ਇਹ ਸੇਮ ਉਹੀ ਚੀਜ਼ ਹੈ? ਸੇਮ ਉਹੀ ਹੈ ਲੇਕਿਨ ਪਿੱਛੇ ਜਾਣ ਤੱਕ ਉਹੀ ਹੈ। ਅੱਛਾ, ਪਿੱਛੇ ਤੱਕ ਉਹੀ ਹੈ। ਹਾਂਜੀ, ਇਹ ਇੰਨਾ ਤੱਕ ਇੱਥੇ ਤਬਦੀਲੀ ਆ ਗਈ। ਇੱਥੇ ਅੱਗੇ ਆਪਾਂ ਤਬਦੀਲੀ ਕੀਤੀ, ਇੱਥੇ ਸਾਰੀ ਅਗਰ ਤਬਦੀਲੀ ਸ਼ੁਰੂ ਹੋ ਗਈ। ਇਹਦਾ ਕੋਈ ਖਾਸ ਮਕਸਦ ਇਹ ਸੀ ਕਿ ਸਸਪੈਂਸ਼ਨ ਨੂੰ ਮੇਨਟੇਨ ਰੱਖਣਾ। ਜਿਹੜੀ ਸਾਨੂੰ ਅਫਾਦੀਅਤ ਮਿਲੀ ਹੈ ਉਸ ਲੇਜ਼ਰਾਂ ਦੇ ਟਾਇਰ ਅੱਗੇ ਪਿੱਛੇ ਕਰਨ ਨਾਲ ਉਹੀ ਅਫਾਦੀਅਤ ਇਸ ਲੇਜ਼ਰ ਤੋਂ ਲਈ ਜਾਏ। ਜੀ ਜੀ। ਲੇਕਿਨ ਇਸ ਗੱਲ ਦੇ ਵਿੱਚ ਤੁਸੀਂ ਇਹ ਯਾਦ ਰੱਖਣਾ ਕਿ ਉਹ ਲੋਡ ਫ੍ਰੀ ਚੱਲਣ ਵਾਲੇ ਮਾਡਲ ਨੇ, ਮਤਲਬ ਕਿ ਡੀਜ਼ਲ ਬਚਤ ਕਰਨ ਵਾਲੇ ਮਾਡਲ ਨੇ। ਸਹੀ। ਇਹ ਡੀਜ਼ਲ ਦੀ ਬਚਤ ਤੁਹਾਡੀ ਉਹ ਨਹੀਂ ਕਰੇਗਾ। ਇਹ ਓਨੇ ਡੀਜ਼ਲ ਵਿੱਚ ਹੀ ਚੱਲੇਗਾ ਜਿਵੇਂ ਪਹਿਲੇ ਰਵਾਇਤੀ ਲੇਜ਼ਰ ਚੱਲਦੇ ਨੇ। ਕੀ ਬਾਤ। ਲੋਡ ਇਹਨੇ ਓਨਾ ਹੀ ਲੈਣਾ। ਇਹਨੂੰ 85 ਹਾਰਸ ਪਾਵਰ ਜਾਂ 72 ਹੀ ਚਾਹੀਦਾ ਹੈ। ਠੀਕ ਹੋ ਗਿਆ। ਉਹਨਾਂ ਨੂੰ ਹਾਰਸ ਪਾਵਰ 55 ਚਾਹੀਦੀ ਹੈ। ਜੀ ਜੀ। ਐਕੂਰੇਸੀ ਜ਼ਿਆਦਾ ਨਾਲ ਕੰਮ ਕਰਨਗੇ। ਇਹਨੂੰ ਹਾਰਸ ਪਾਵਰ 75 ਤੇ 85 ਚਾਹੀਦੀ ਹੈ, ਬਾਰ-ਬਾਰ ਮੈਂ ਦੱਸ ਰਿਹਾ। ਲੇਕਿਨ ਇਹਦਾ ਸਿਰਫ ਔਰ ਸਿਰਫ ਜਿਹੜੀ ਅਫਾਦੀਅਤ ਚੇਂਜ ਹੋਈ ਹੈ ਉਹ ਟਾਇਰ ਇਕੱਠੇ ਵਾਲੀ ਹੋਈ ਹੈ। ਮਤਲਬ ਕਿ ਇਹਦਾ ਜਿਹੜਾ ਜੋਲ ਹੈ ਅਪ ਡਾਊਨ ਵਾਲਾ ਹੈ, ਝਟਕਾ ਹੈ, ਬਬਲਿੰਗ ਹੈ, ਉਹ ਖਤਮ ਕੀਤੀ ਗਈ ਹੈ। ਬਾਕੀ ਸਾਰਾ ਸਿਲਸਿਲਾ ਉਹੀ ਚੱਲਦਾ ਹੈ। ਕੀ ਬਾਤ ਹੈ। ਅੱਛਾ ਸਰ, ਇਹਦੇ ਮਟੀਰੀਅਲ ਦੇ ਬਾਰੇ ਦੱਸੋ। ਇਹਦੀ ਮਾਸ਼ਾਅੱਲਾ ਪੇਂਟ ਕੁਆਲਿਟੀ ਜਿਹੜੀ ਨਜ਼ਰ ਆਉਂਦੀ ਪਈ ਹੈ ਬਿਲਕੁਲ ਉਹਦੇ 'ਚ ਤੁਸੀਂ ਕੰਪਰੋਮਾਈਜ਼ ਜ਼ਰਾ ਵੀ ਨਹੀਂ ਕੀਤਾ। ਕੁਆਲਿਟੀ ਲੋਹੇ ਦੀ ਵੀ ਨਜ਼ਰ ਉਸੇ ਤਰੀਕੇ ਆ ਰਹੀ ਹੈ, ਪੇਂਟ ਦੀ ਵੀ ਆ ਰਹੀ ਹੈ। ਤੇ ਮਜ਼ੀਦ ਇਹਦੇ ਬਾਰੇ ਸਾਨੂੰ ਦੱਸੋ ਵੀ ਇਹਦਾ ਸਾਈਜ਼ ਮਟੀਰੀਅਲ ਨੂੰ ਅਗਰ ਆਪਾਂ ਲੈ ਕੇ ਆਈਏ ਤੇ ਦੇਖੋ ਨਾ ਜੀ, ਇਹਨੂੰ ਮਟੀਰੀਅਲ ਅੱਛਾ ਖਾਸਾ ਮਜ਼ਬੂਤ ਲੱਗਿਆ ਹੈ ਔਰ ਇਹਦੇ ਪੱਲਿਆਂ ਦਾ ਡਿਜ਼ਾਈਨ ਜਦੀਦ ਕੀਤਾ ਗਿਆ ਹੈ। ਲੇਜ਼ਰ ਨੂੰ ਖੂਬਸੂਰਤ ਕੱਟ ਦਿੱਤੇ ਗਏ ਨੇ। ਮਤਲਬ ਕਿ ਪਹਿਲੇ ਜਿਹੜੇ ਲੇਜ਼ਰ ਸਨ ਉਹ ਦੇਖਣ ਨੂੰ ਥੋੜੇ ਜਿਹੇ ਜਿਹੜਾ ਨਾ 올ਡ ਡਿਜ਼ਾਈਨ ਲੱਗਦੇ ਨੇ। ਤੇ ਅੱਜ ਕੱਲ੍ਹ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਨਵੀਂ ਵੀ ਫਾਰਮਿੰਗ ਵਿੱਚ ਆ ਗਈ ਹੈ। ਜੀ ਜੀ। ਯੰਗ ਜਨਰੇਸ਼ਨ ਵੀ ਹੈ। ਹਾਂ, ਪੜ੍ਹੇ ਲਿਖੇ ਸਾਰੇ ਇਸ ਉਹ ਜਿਸ ਤਰ੍ਹਾਂ ਗੱਡੀਆਂ ਦੀ ਤੇ ਟਰੈਕਟਰਾਂ ਦੀ ਤਬਦੀਲੀ ਮੰਗਦੇ ਨੇ ਉਸ ਤਰ੍ਹਾਂ ਔਜ਼ਾਰਾਂ ਦੀ ਵੀ ਤਬਦੀਲੀ ਮੰਗਦੇ ਨੇ। ਔਜ਼ਾਰਾਂ ਦੇ ਮੋਨੋ ਜਾਂ ਸਟicker ਚੇਂਜ ਕਰਨ ਨਾਲ ਔਜ਼ਾਰਾਂ ਦੀ ਤਬਦੀਲੀ ਨਹੀਂ ਆਉਂਦੀ। ਬਾਜ਼ ਕਾ ਥੋੜਾ ਜਿਹਾ ਡਿਜ਼ਾਈਨ ਨੂੰ ਵੀ ਜਿਹੜਾ ਨਾ ਮੱਦੇਨਜ਼ਰ ਰੱਖਣਾ ਪੈਂਦਾ ਹੈ। ਇਹਨੂੰ ਸਾਰੇ ਕਰਵ ਦੇ ਕੇ ਬਿਹਤਰੀਨ ਸ਼ੇਪ ਦੇ ਵਿੱਚ ਲੇਜ਼ਰ ਤਿਆਰ ਕੀਤਾ ਗਿਆ ਜੀ। ਅੱਛਾ ਸਰ, ਕਿੰਨੇ ਰੰਗਾਂ ਵਿੱਚ ਦਸਤਿਆਬ ਹੈ? ਰੰਗ ਸਾਡੇ ਕੋਲ ਪੈਰਟ ਗ੍ਰੀਨ ਹੁੰਦਾ ਜੇ, ਔਰੰਜ ਹੁੰਦਾ ਜੇ ਤੇ ਰੈੱਡ ਹੁੰਦਾ ਜੇ। ਅਗਰ ਇਸ ਤੋਂ ਇਲਾਵਾ ਕੋਈ ਰੰਗ ਤੁਸੀਂ ਆਪਣੀ ਮਰਜ਼ੀ ਦਾ ਕਰਾਉਣਾ ਚਾਹੋ ਤੇ ਤੁਸੀਂ ਕਰਾ ਸਕਦੇ ਹੋ। ਵੈਸੇ ਸਾਡੀ ਜਿਹੜੀ ਕੰਪਨੀ ਦਾ ਓਰੀਜਨਲ ਰੰਗ ਹੈ ਉਹ ਪੈਰਟ ਗ੍ਰੀਨ ਯੈਲੋ ਦੇ ਕੰਬੀਨੇਸ਼ਨ ਦੇ ਨਾਲ। ਅੱਛਾ ਸਰ, ਇਹਦੇ ਵਿੱਚ ਵੀ ਸਿਸਟਮ ਮੌਜੂਦ ਹੈ ਅਗਰ ਖੁਦਾ ਨਾ ਖਾਸਤਾ ਜੈਕ ਖਰਾਬ ਹੋ ਜਾਂਦਾ ਰਸਤੇ ਦੇ ਵਿੱਚ ਤੇ ਤੁਹਾਨੂੰ ਮਤਲਬ ਵਰਕਸ਼ਾਪ ਤੱਕ ਲਿਜਾਉਣ ਵਾਸਤੇ ਕੋਈ ਪ੍ਰੋਬਲਮ ਨਹੀਂ ਆਵੇਗੀ? ਸੇਮ। ਅੱਛਾ, ਇਹ ਸੇਮ, ਇਹ ਮਤਲਬ ਡੰਡਾ ਲੱਗਿਆ ਹੋਇਆ ਹੈ। ਅੱਛਾ, ਇਹ ਸਪੋਰਟ ਜਿਹੜੀ ਹੈ ਇਹ ਜਦੋਂ ਮਤਲਬ ਅਸੀਂ ਸਫ਼ਰ ਕਰਨਾ ਹੈ ਉਦੋਂ ਇਸ ਨੂੰ ਲਗਾ ਲੈਣਾ ਹੈ? ਉਦੋਂ ਲਗਾ ਲੈਣਾ ਹੈ। ਜਦੋਂ ਜ਼ਮੀਨ ਦੇ ਵਿੱਚ ਜਾਣਾ ਉਦੋਂ ਸਪੋਰਟ ਤੇ ਪਿਨ ਕੱਢ ਦੇਣੀ ਹੈ। ਪਿਨ ਕੱਢ ਦੇਣੀ ਹੈ। ਕੀ ਬਾਤ ਹੈ, ਜ਼ਬਰਦਸਤ। ਸੇਮ ਹੀ ਜਿਹੜਾ ਸੇਮ ਹੀ ਐਡਜਸਟਮੈਂਟ ਹੈਗੀ ਹੈ। ਅੱਛਾ, ਇਹਦੇ ਬਾਰੇ ਮਜ਼ੀਦ ਸਾਨੂੰ ਦੱਸਦੇ ਚਲੋ ਵੀ ਇਹ ਜਿਸ ਤਰੀਕੇ 4 ਕਾਬਲੇ ਆ ਪਾਏ ਉਹਨੇ 2 ਥੱਲੇ ਨੇ, ਇਹ ਐਡਜਸਟਮੈਂਟ ਕਿਸ ਵਾਸਤੇ ਹੈ? ਇਹ ਸਾਈਡ ਉੱਚੀ ਨੀਵੀਂ ਹੋ ਜਾਵੇ ਨਾ ਜੀ। ਅਗਰ ਸਾਈਡ ਝੁਕ ਜਾਂਦੀ ਇੱਕ ਸਾਈਡ ਉੱਚੀ ਉੱਠਦੀ ਹੈ ਤੁਸੀਂ ਇਹਨੂੰ ਐਡਜਸਟ ਕਰ ਸਕਦੇ ਹੋ। ਦੂਸਰਾ ਇਹਦਾ ਅਫਾਦੀਅਤ ਹੈ ਕਿ ਕੋਈ ਲੰਬੀ ਲਾਈਨ ਐਸੀ ਹੁੰਦੀ ਹੈ ਜਿਹਦੇ ਨਾਲ ਬੰਨੇ ਦੇ ਉੱਤੇ ਮਿੱਟੀ ਬੰਨੇ ਵਾਲੀ ਸਾਈਡ ਤੇ ਜ਼ਿਆਦਾ ਰਹਿੰਦੀ ਹੈ। ਉਹ ਤੇ ਤੁਸੀਂ ਮੈਨੂਅਲ ਐਡਜਸਟ ਕਰਕੇ ਬੰਨੇ ਦੀ ਖਿਚਾਈ ਕਰਨੀ ਹੋਵੇ ਤੇ ਉਹ ਸਾਈਡ ਨੀਵੀਂ ਕਰ ਲਓ, ਬੰਨੇ ਦੀ ਖਿਚਾਈ ਕਰਕੇ ਤੇ ਉੱਤੇ ਬਰਾਬਰ ਕਰ ਲਓ। ਅੱਛਾ ਸਰ, ਮੈਨੂੰ ਦੱਸੋ ਵੀ ਮੈਨੂੰ ਇਹ ਦੱਸੋ ਵੀ ਪੁਰਾਣੇ ਜਿਹੜੇ ਪਹਿਲੇ ਮਾਡਲ ਆਉਂਦੇ ਸਨ ਅੱਜ ਤੋਂ 10 ਸਾਲ ਪਹਿਲੇ ਜਾਂ 8 ਸਾਲ ਪਹਿਲੇ ਜਾਂਦੇ, ਉਹ ਮਿੱਟੀ ਇੱਥੇ ਫਸਾ ਲੈਂਦੇ ਸਨ। ਇਹਦੇ ਬਾਰੇ ਦੱਸੋ ਵੀ ਇਹ ਕਾਫੀ ਮਾਸ਼ਾਅੱਲਾ ਸਾਨੂੰ ਬੜਾ ਖੁੱਲਾ ਡੁੱਲਾ ਲੱਗਦਾ ਪਿਆ ਤੇ ਮਿੱਟੀ ਦੇ ਬਾਰੇ ਦੱਸੋ। ਫੱਟੇ ਦੇ ਅਸਲ ਜਿਹੜਾ ਕੰਮ ਹੈ ਨਾ ਜੀ, ਲੇਜ਼ਰ ਨੂੰ ਇੱਕ ਅੱਛੇ ਅੰਦਾਜ਼ ਨਾਲ ਬਣਾਉਣਾ, ਲੇਜ਼ਰ ਨੂੰ ਸਮਝ ਕੇ ਬਣਾਉਣਾ, ਉਹਦੇ ਮੇਨ ਜਿੱਦਤ ਆ ਗਈ ਹੈ। ਜਿਹੜੇ ਸਾਡੇ ਪਹਿਲੇ ਰਵਾਇਤੀ ਫੱਟੇ ਸਨ ਅੱਜ ਤੋਂ 5-4 ਸਾਲ ਪਹਿਲੇ, ਉਹ ਲੇਜ਼ਰ ਬਿਲਕੁਲ ਖੜੇ ਫੱਟੇ ਸਨ। ਜੀ ਜੀ। ਉਹਨਾਂ ਦੇ ਵਿੱਚ ਕਰਵ ਨਹੀਂ ਸੀ, ਉਹਨਾਂ ਦੇ ਵਿੱਚ ਬੈਂਡ ਨਹੀਂ ਸੀ। ਉਹ ਮਿੱਟੀ ਨੂੰ ਰੋਕਦੇ ਸਨ ਔਰ ਉਹ ਮਿੱਟੀ ਨੂੰ ਧੱਕਾ ਦਿੰਦੇ ਸਨ, ਮਤਲਬ ਕਿ ਟਰੈਕਟਰ ਨੂੰ ਖਿੱਚਣੀ ਪੈਂਦੀ ਸੀ ਆਦੇ ਹੱਲ। ਇਹ ਜਿਹੜਾ ਡਿਜ਼ਾਈਨ ਨਵੇਂ ਆਏ ਨੇ, ਇਹਨਾਂ ਡਿਜ਼ਾਈਨਾਂ ਦੇ ਵਿੱਚ ਅਸੀਂ ਜਿਹੜੀ ਫੱਟੇ ਦੀ ਰੋਲ ਬਣਾ ਦਿੱਤੀ ਪੂਰੀ। ਅਗਰ ਉਹਦੇ 'ਚ ਮਿੱਟੀ ਐਂ ਚੜ੍ਹਦੀ ਹੈ ਨਾ ਤਾਂ ਉੱਤੋਂ ਹੀ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਸਹੀ। ਉਹਦੇ ਨਾਲ ਮਿੱਟੀ ਰੋਲ ਵੀ ਬਹੁਤੀ ਕਰਦੀ ਤੇ ਬਰੀਕ ਵੀ ਜ਼ਿਆਦਾ ਹੁੰਦੀ ਹੈ। ਔਰ ਉਹਦੇ ਨਾਲ ਟਰੈਕਟਰ ਦੀ ਕੁਛ ਹੱਦ ਤੱਕ ਹਾਰਸ ਪਾਵਰ ਵੀ ਕਮ ਯੂਜ਼ ਹੁੰਦੀ ਹੈ।
ਇਹ ਇਹਨਾਂ ਸਾਰੇ ਡਿਜ਼ਾਈਨਾਂ ਦੇ ਵਿੱਚ ਇਹਨਾਂ ਨੂੰ ਮੱਦੇਨਜ਼ਰ ਰੱਖਿਆ ਗਿਆ। ਨਵੀਂ ਟੈਕਨੋਲੋਜੀ ਵਿੱਚ ਮਜ਼ੀਦ ਜ਼ਿਆਦਾ ਫੱਟੇ ਦੀ ਰੋਲ ਬਣੀ ਹੋਈ ਹੈ, ਇਹਦੇ 'ਚ ਗੁੰਜਾਇਸ਼ ਇੰਨੀ ਬਣ ਨਹੀਂ ਸਕਦੀ ਜੀ। ਠੀਕ ਹੋ ਗਿਆ ਮਾਸ਼ਾਅੱਲਾ। ਇਹਦੀ ਮਜ਼ਬੂਤੀ ਵੇਖੀਏ ਤੇ ਪਾਇਦਾਰੀ ਜੋ ਬਾਕੀ ਹਰ ਨਜ਼ਰ ਆਉਂਦੀ ਚੀਜ਼ ਦੇ ਪਈ ਉੱਤੇ ਹੈ। ਇੱਕ ਨਫਾਸਤ ਦੇ ਨਾਲ ਕੰਮ ਕੀਤਾ ਜਾਂਦਾ ਜੀ। ਇਹ ਕਲੰਪ ਹੈ ਜਿੱਥੇ ਵਾਇਰ ਅਸੀਂ ਰੋਕੀ ਦੀ ਹੈ, ਦੇਖੋ ਇਹ ਹਾਈਡ੍ਰੋਲਿਕ ਅਸੈਂਬਲੀ ਵਾਲਾ ਬਾਕਸ ਹੈ, ਇਹਨੂੰ ਦੇਖੋ ਕਿੰਨੇ ਅੱਛੇ ਅੰਦਾਜ਼ ਨਾਲ ਪੇਂਟ ਕੁਆਲਿਟੀ ਜਨਾਬ ਇੱਥੇ ਵੀ ਅਖੀਰ ਕਰ ਦਿੱਤੀ ਹੈ ਮਾਸ਼ਾਅੱਲਾ। ਅਲਹਮਦੁਲਿਲਾ ਜ਼ਬਰਦਸਤ ਜੀ, ਕੀ ਬਾਤ ਹੈ। ਤੇ ਮਜ਼ਬੂਤੀ ਤੇ ਬਾਈ ਮੈਂ ਹੈਰਾਨ ਰਹਿ ਗਿਆ ਮਾਸ਼ਾਅੱਲਾ। ਤੇ ਪੇਂਟ ਸਰ ਕੁਆਲਿਟੀ ਆਪਣਾ ਔਜ਼ਾਰ ਬਣਿਆ, ਮਜ਼ਬੂਤੀ ਦੇ ਉੱਤੇ ਕੋਈ ਬੰਦਾ ਹੱਥ ਨਹੀਂ ਰੱਖੇਗਾ। ਸਰ ਇਹ ਮੈਨੂੰ ਦੱਸੋ ਵੀ ਕਈ ਦੋਸਤ ਫਿਰ ਮਸ਼ੀਨਾਂ ਦੇ ਬਾਰੇ ਮਾਲੂਮਾਤ ਲੈਂਦੇ ਨੇ ਵੀ ਚਾਈਨਾ ਦੀ ਹੈਗੀਆਂ ਨੇ, ਜਾਪਾਨ ਦੀ ਹੈਗੀਆਂ ਨੇ, ਆਪਾਂ ਕਿਹੜੀਆਂ ਮਸ਼ੀਨਾਂ ਯੂਜ਼ ਕਰਦੇ ਪਏ ਉਹਦੇ ਬਾਰੇ ਸਾਡੇ ਦੋਸਤਾਂ ਨੂੰ ਦੱਸ ਦਿਓ। ਸਰ ਅਗਰ ਤੇ ਉਹਦੀ ਕੋਈ ਗਾਰੰਟੀ ਗਰੰਟੀ ਮਸ਼ੀਨਾਂ ਮੁੱਖ ਅਗਰ ਲੇਜ਼ਰ ਮਾਡਲ ਲੈਂਦੇ ਨੇ ਤਾਂ ਕੋਈ ਇਹਦਾ ਕੋਈ ਹੈ ਹਿਸਾਬ ਕਿਤਾਬ? ਮਸ਼ੀਨਾਂ ਨੂੰ ਅਸੀਂ ਕੰਸੀਡਰ ਕਰਨੇ A ਗ੍ਰੇਡ, B ਗ੍ਰੇਡ, C ਗ੍ਰੇਡ। ਇਹਦੇ 'ਚ ਮੁਲਕ ਨੂੰ ਅਸੀਂ ਮੱਦੇਨਜ਼ਰ ਨਹੀਂ ਰੱਖਦੇ ਜੀ। ਵੈਸੇ ਓਵਰਆਲ ਅੱਛੇ ਮੁਲਕਾਂ ਦੇ ਜਰਮਨੀ ਦਾ, USA, ਆਸਟ੍ਰੇਲੀਆ ਸਾਰੇ ਮਾਡਲ ਹੁੰਦੇ ਨੇ ਸਾਡੇ ਕੋਲ, ਲੇਕਿਨ ਅਸੀਂ ਇਹਨਾਂ ਨੂੰ ਮੇਨਟੇਨ ਕਰਨੇ। ਸਾਨੂੰ ਅਗਰ ਜਰਮਨੀ ਦੇ ਰਿਹਾ ਤਾਂ ਉਹ ਜਿੱਥੋਂ ਮਰਜ਼ੀ ਬਣਵਾ ਕੇ ਦੇ ਦੇਵੇ, ਅਸੀਂ ਉਹਨੂੰ ਜਰਮਨੀ ਦਾ ਮਾਡਲ ਹੀ ਕੰਸੀਡਰ ਕਰਾਂਗੇ। ਉਹ ਮੇ ਵੀ ਚਾਈਨਾ ਕੋਲੋਂ ਬਣਵਾਏ ਆ ਬਣਾਏ, ਅਸੀਂ ਉਹਨੂੰ A ਗ੍ਰੇਡ ਵਿੱਚ B C ਕੈਟਾਗਰੀ ਬਣਾਈ ਹੋਈ ਹੈ। ਜਿਹੜੀ C ਗ੍ਰੇਡ ਹੈ ਉਹਦੀ ਗਾਰੰਟੀ ਅਸੀਂ ਨਹੀਂ ਦਿੰਦੇ, ਔਰ ਰੇਟ ਥੋੜਾ ਹੁੰਦਾ ਜੀ ਹੁੰਦਾ। ਜਿਹੜਾ B ਗ੍ਰੇਡ ਹੈ ਉਹਦੀ 1 ਸਾਲ ਦੀ ਗਾਰੰਟੀ ਅਸੀਂ ਦਿੰਦੇ ਹਾਂ। 3 ਟਰਾਂਸਮੀਟਰ A 'ਚ ਨੇ, 3 B 'ਚ ਨੇ, 2 ਟਰਾਂਸਮੀਟਰ C 'ਚ ਨੇ। ਜਿਹੜਾ A ਗ੍ਰੇਡ ਵਾਲਾ ਟਰਾਂਸਮੀਟਰ ਜਿਨ੍ਹਾਂ ਨਾਲ ਲਓਗੇ ਉਹਦੀ 3 ਸਾਲ ਵਾਰੰਟੀ ਕਲੇਮ ਹੁੰਦਾ। B ਗ੍ਰੇਡ ਵਾਲੇ ਨਾਲ 1 ਸਾਲ ਦੀ ਤੇ C ਵਾਲੇ ਨਾਲ ਅਸੀਂ ਗਾਰੰਟੀ ਨਹੀਂ ਦਿੰਦੇ। ਇਸ ਤਰੀਕੇ ਨਾਲ ਬਕਟ ਦੀ ਤਾਂ ਲੇਜ਼ਰ ਦੀ ਗਾਰੰਟੀ ਹੈ ਜੀ ਅਲਹਮਦੁਲਿਲਾ। ਅੱਛਾ ਸਰ ਜੀ ਮੈਨੂੰ ਦੱਸੋ ਵੀ ਇਹਦਾ ਜਿਹੜਾ ਸਾਈਜ਼ ਹੈ 8.5 ਫੁੱਟ ਜਾਂ 8 ਹੈ? ਨਹੀਂ 8 ਫੁੱਟ ਸਟੈਂਡਰਡ ਸਾਈਜ਼ ਹੁੰਦਾ ਜੀ। ਸਟੈਂਡਰਡ ਸਾਈਜ਼। ਇਹਦੇ ਵਾਸਤੇ ਟਰੈਕਟਰ ਜਿਹੜਾ 260 ਜਾਂ 75 85 ਨਹੀਂ ਇਹ ਨਹੀਂ ਚਲਾਏਗਾ, ਇਹ ਸਿਰਫ ਇਸ ਮਾਡਲ ਨੂੰ ਨਹੀਂ ਚਲਾਏਗਾ। ਇਸ ਮਾਡਲ ਨਹੀਂ ਚਲਾਏਗਾ ਕਿਉਂਕਿ ਪੁਰਾਣੇ ਤਰਜ਼ ਦਾ ਫਰੰਟ ਵਾਲਾ ਮਾਡਲ ਹੈ। ਪੁਰਾਣੇ ਤਰਜ਼ ਦਾ ਇਹਨੇ ਲੋਡ ਜ਼ਿਆਦਾ ਲੈਣਾ। ਇਹਨੇ 75 ਤੇ 85 ਚਲਾਵਾਂਗੇ। ਸਰ ਆਪਾਂ ਝੂਠ ਨਹੀਂ ਬੋਲਣਾ ਨਾ ਜੀ, ਜ਼ਬਰਦਸਤ ਹੋ ਗਿਆ। ਕੀ ਬਾਤ ਉਹ ਹੈ। ਚਲਾਏਗਾ, ਇਹ ਲੇਜ਼ਰ ਨਹੀਂ ਚੱਲੇਗਾ। ਐਵੇਂ ਲੇਜ਼ਰ ਵੇਚਣ ਦੀ ਵਜ੍ਹਾ ਤੋਂ ਅਸੀਂ ਕਿਸੇ ਬੰਦੇ ਨਾਲ ਜਾਤੀ ਕਰ ਰਹੀ ਹੈ। ਸਰ ਇਹਦੇ ਤੇ ਉਹ ਦੂਸਰਿਆਂ 'ਚ ਕੋਈ ਕੀਮਤ ਦਾ ਫਰਕ ਹੈ? ਸਾਫ਼ ਜ਼ਾਹਿਰ ਹੈ ਜੀ, ਇਹ ਕੀਮਤ ਹਲਕੀ ਥੋੜੀ ਕੀਮਤ ਹੈ। ਇਹਦਾ ਤੇ ਉਹਦਾ ਤਕਰੀਬਨ ਵਜ਼ਨ ਦਾ ਜਿਹੜਾ ਫਰਕ ਹੈ 400 ਕਿਲੋ ਦਾ ਹੈ। ਅੱਛਾ 400 ਕਿਲੋ ਵਜ਼ਨ ਹੈ ਇਹਦਾ ਜ਼ਿਆਦਾ ਕੰਮ? ਇਹਦਾ ਕਮ ਹੈ। ਅੱਛਾ ਠੀਕ। 400 ਕਿਲੋ ਵਜ਼ਨ ਕਮ ਹੈ, ਔਰ ਉਹਦੇ ਤੇ ਜਿਹੜਾ ਨਾ ਹਰ ਚੀਜ਼ ਦਾ ਸਟੈਂਡਰਡ ਹਾਈ ਹੈ। ਉਹ ਤਕਰੀਬਨ ਆ ਜਾਏਗਾ 1375 kg ਵਿੱਚ, ਤੇ ਇਹਦੀ ਕੀਮਤ ਇਸ ਟਾਈਮ 10,40,000 ਰੁਪਏ ਇਹ ਰੱਖੀ ਹੋਈ ਹੈ। ਇਹਦੇ ਚਲਕਾ ਮਾਡਲ ਵੀ ਹੈ, ਉਹਦੀ ਕੀਮਤ 9.5 ਲੱਖ ਰੱਖੀ ਹੋਈ ਹੈ ਜੀ। ਗੁੱਡ ਹੋ ਗਿਆ। ਤੇ ਦੋਸਤੋ ਇਹ ਅੱਜ ਦੀ ਤਾਰੀਖ ਹੈਗੀ ਜੇ 26 ਮਾਰਚ 2026। ਹਾਂ, ਰੇਟ ਅਪ ਡਾਊਨ ਹੋ ਜਾਣਾ। ਇਸ ਤੋਂ ਬਾਅਦ ਜਨਾਬ ਰੇਟ ਵੱਧ ਵੀ ਸਕਦੇ ਨੇ, ਘਟ ਵੀ ਸਕਦੇ ਜੇ। ਤੇ ਹੁਣ ਮੈਨੂੰ ਦੋ ਇਜਾਜ਼ਤ ਹੈ। ਇਜਾਜ਼ਤ ਲੈਣ ਤੋਂ ਪਹਿਲਾਂ ਜੀ ਚੌਰ ਸਾਹਿਬ ਆਪਣਾ ਐਡਰੈਸ ਦੱਸ ਦਿਓ, ਫੋਨ ਨੰਬਰ ਵੀ ਦੱਸ ਦਿਓ। ਆਪਣਾ ਮੇਨ ਐਡਰੈਸ ਜਿਹੜਾ ਮੇਨ ਵਰਕਸ਼ਾਪ ਆਫਿਸ ਹੈ ਜੀ, ਦੀਪਾਲਪੁਰ ਤੋਂ ਉਕਾੜਾ ਰੋਡ, ਉਕਾੜਾ ਤੋਂ ਦੀਪਾਲਪੁਰ ਰੋਡ। ਦੀਪਾਲਪੁਰ ਤੋਂ ਨਿਕਲੋਗੇ ਤੇ 3 ਕਿਲੋਮੀਟਰ ਬਾਹਰ ਜਿਹੜਾ ਹੈ ਆਪਣਾ ਮੇਨ ਸੋਭਾਰਾਮ ਸਟਾਪ ਤੇ ਦਫ਼ਤਰ ਆਏਗਾ। ਅਗਰ ਉਕਾੜਾ ਵਾਲੀ ਸਾਈਡ ਤੋਂ ਆਓਗੇ ਤੇ ਦੀਪਾਲਪੁਰ ਇੰਟਰ ਹੋਣ ਤੋਂ 3 ਕਿਲੋਮੀਟਰ ਪਹਿਲੇ ਮੇਨ ਹੈੱਡ ਆਫਿਸ ਸੋਭਾਰਾਮ ਸਟਾਪ। 0302 49 33 841, 0302 49 33 841। दूसरा नंबर 0300 पूरा 49 49 099। ਜੀ ਗੁੱਡ ਹੋ ਗਿਆ। ਤੇ ਕਿਸਾਨ ਦੋਸਤੋ ਅਗਰ ਤੁਸੀਂ ਲੇਜ਼ਰ ਲੈਣਾ ਹੋਵੇ, ਹੱਲ ਲੈਣੇ ਹੋਣ ਠੋਸ, ਜਾਂ ਕੋਈ ਵੀ ਜ਼ਰੂਰੀ ਮਸ਼ੀਨਰੀ ਖਰੀਦਣੀ ਹੋਵੇ ਤੇ ਇੱਕ ਵਾਰੀ ਜਨਾਬ ਵਿਜ਼ਿਟ ਲਾਜ਼ਮੀ ਕਰਿਆ ਜੇ। ਵਿਜ਼ਿਟ ਕਰੋਗੇ ਤਾਂ ਉਮੀਦ ਹੈ ਤੁਹਾਡੀਆਂ ਉਮੀਦਾਂ ਦੇ ਮੁਤਾਬਕ ਜਿਹੜੀ ਇਹ ਚੀਜ਼ ਤੁਹਾਨੂੰ ਲੱਭੇਗੀ। ਤੇ ਕਿਸਾਨ ਵੀਰ ਭਰਾਓ ਕੋਈ ਵੀ ਚੀਜ਼ ਲੈਣੀ ਜਾਂ ਜ਼ਰੀਆ ਵਾਲਾ ਲੈਣਾ ਹੋਵੇ ਤੇ ਇੱਕ ਵਾਰੀ ਮਲਟੀ ਲੇਜ਼ਰ ਸੋਲੂਸ਼ਨ ਵਾਲੇ ਦੋਸਤਾਂ ਕੋਲ ਵਿਜ਼ਿਟ ਲਾਜ਼ਮੀ ਕਰਿਆ। ਤੇ ਉਮੀਦ ਹੈ ਤੁਹਾਨੂੰ ਚੀਜ਼ਾਂ ਪਸੰਦ ਆਉਣਗੀਆਂ। ਤੇ ਆਪਣਾ ਖਿਆਲ ਰੱਖੋ। ਮੈਨੂੰ ਤੋਂ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।